And then you can move up, on normally पिछले में सारी फैमिली जाओगी तो ऐसे उसे बैठ गया ये मैं भूपिंदर तो सीखा है छुट्टे मारने की गंदी आत्मा ने बड़ा नीम आ फिर खुद ही नीम आ बड़ा बड़ा फोटो कर ली क्या ना ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਬੜੇ ਪੈਮਾਨੇ ਤੇ ਕਿਸਾਨਾਂ ਨੂੰ, ਗਰੀਬਾਂ ਨੂੰ, ਮਜ਼ਦੂਰਾਂ ਨੂੰ, ਛੋਟੇ ਦੁਕਾਨਦਾਰਾਂ ਨੂੰ ਬੜਾ ਸੰਘਰਸ਼ ਕਰਨਾ ਪਿਆ। ਬੀਜੇਪੀ ਦੀ ਮੋਦੀ ਸਰਕਾਰ ਦੇ 3 ਕਾਲੇ ਕਾਨੂੰਨਾਂ ਦੇ ਖਿਲਾਫ ਸ਼ਾਂਤੀਪੂਰਵ ਤਰੀਕੇ ਨਾਲ ਸੰਘਰਸ਼ ਹੋਇਆ। ਬਹੁਤ ਸਾਰੇ ਲੋਕਾਂ ਨੇ, ਅੰਦਾਜ਼ਨ 700 ਤੋਂ ਵੀ ਜ਼ਿਆਦਾ ਕਿਸਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਔਰ ਜੇ ਮੈਂ ਸੰਗਰੂਰ ਦੀ ਗੱਲ ਕਰਾਂ ਤਾਂ 58 ਉਹ ਪਰਿਵਾਰ ਸੀ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਜਿਨ੍ਹਾਂ ਦੀਆਂ ਵੈਰੀਫਿਕੇਸ਼ਨਸ ਹੋ ਕੇ ਉਹਨਾਂ ਨੂੰ 5-5 ਲੱਖ ਦਾ ਮੁਆਵਜ਼ੇ ਦਾ ਚੈੱਕ ਵੀ ਮਿਲਿਆ। ਔਰ ਨਾਲ ਉਹਨਾਂ ਦੇ ਵਿੱਚੋਂ 26 ਪਰਿਵਾਰਾਂ ਨੂੰ ਨੌਕਰੀ ਦੇ ਪੱਤਰ ਵੀ ਮਿਲ ਸਕੇ। ਔਰ ਇਸ ਦੇ ਨਾਲ 27 ਉਹ ਹਲੇ ਪਰਿਵਾਰ ਹੈ ਜਿਨ੍ਹਾਂ ਦਾ ਡਾਟਾ ਵੈਰੀਫਿਕੇਸ਼ਨ ਦੇ ਵਿੱਚ ਹੈਗਾ। ਅਸੀਂ ਉਹ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਵਾਸਤੇ, ਉਹਨਾਂ ਦੀ ਇਸ ਕੁਰਬਾਨੀ ਨੂੰ ਯਾਦ ਕਰਨ ਵਾਸਤੇ ਸੰਗਰੂਰ ਜ਼ਿਲ੍ਹੇ ਦੇ ਜਿੰਨੇ ਕਿਸਾਨ ਭਰਾਵਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਉਹਨਾਂ ਦਾ ਸਮਾਰਕ ਅੱਜ ਅਸੀਂ ਬਣਾਇਆ। ਉਰੇ ਹਰ ਪਲੇ ਕਾਰਡ ਦੇ ਉੱਪਰ ਉਹ ਸ਼ਹੀਦ ਪਰਿਵਾਰਾਂ ਦੇ ਲੋਕਾਂ ਦਾ ਨਾਮ ਲਿਖਿਆ ਗਿਆ ਔਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਔਰ ਸਾਨੂੰ ਪਤਾ ਹੈ ਕਿ ਕਿੰਨੇ ਜ਼ੋਰਦਾਰ ਤਰੀਕੇ ਨਾਲ ਇਹ ਸੰਘਰਸ਼ ਮੋਦੀ ਦੀ ਜਾਬਰ ਸਰਕਾਰ ਤੋਂ 3 ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਸੰਘਰਸ਼ ਹੋਇਆ। ਔਰ ਪੰਜਾਬ ਦਾ ਇਤਿਹਾਸ ਹੈ, ਮੈਨੂੰ ਮਾਣ ਮਹਿਸੂਸ ਹੁੰਦਾ ਇੱਕ ਪੰਜਾਬੀ ਹੋਣ ਦੇ ਨਾਤੇ ਕਿ ਸਾਡੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਵੱਡੇ ਵੱਡੇ ਸੰਘਰਸ਼ਾਂ ਦੇ ਵਿੱਚ, ਅੰਦੋਲਨਾਂ ਦੇ ਵਿੱਚ ਸ਼ਹਾਦਤਾਂ ਦਿੱਤੀਆਂ। ਔਰ ਇਹ ਪੰਜਾਬੀਆਂ ਦੀ ਹਮੇਸ਼ਾ ਇਹ ਖਾਸੀਅਤ ਰਹੀ ਹੈ ਕਿ ਜਿਹੜੀ ਅੰਦੋਲਨ ਦੇ ਵਿੱਚ ਸ਼ਹਾਦਤਾਂ ਹੋਈਆਂ ਉਹ ਸ਼ਹਾਦਤਾਂ ਨੂੰ ਕਾਇਮ ਰੱਖਣ ਵਾਸਤੇ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਐਸੇ ਸਮਾਰਕ ਪਹਿਲਾਂ ਵੀ ਬਣੇ ਹੈ। ਤੇ ਅੱਜ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲਿਆ ਉਹ 'ਚ ਕਿਸਾਨ ਭਰਾਵਾਂ ਨੇ ਤੇ ਹੋਰ ਸਾਰੇ ਸਾਥੀਆਂ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਸਮਰਪਿਤ ਅਸੀਂ ਅੱਜ ਇਹ ਸਮਾਰਕ ਬਣਾਇਆ ਉਹਨਾਂ ਦੇ ਵਾਸਤੇ। ਔਰ ਇਹਦੇ 'ਚ ਜਦੋਂ ਸਾਰੇ ਦੇ ਸਾਰੇ ਨਾਮ ਜਿਹੜੇ ਵੈਰੀਫਾਈ ਹੁੰਦੇ ਰਹਿਣਗੇ ਉਹ ਨਾਮ ਅਸੀਂ ਉਰੇ ਲਿਖਦੇ ਰਹਾਂਗੇ ਤਾਂ ਕਿ ਕੋਈ ਵੀ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਇਆ ਸਾਡਾ ਉਹ ਭਰਾ ਤੇ ਕਿਸਾਨ ਜਿਨ੍ਹਾਂ ਨੇ ਸਾਰੇ ਪੰਜਾਬ ਦੇ ਲੋਕਾਂ ਦੇ ਆਰਥਿਕਤਾ ਨੂੰ, ਲੋਕਾਂ ਦੀ ਕਮਾਈ ਨੂੰ ਬਚਾਉਣ ਵਾਸਤੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਹੈ, ਉਹ ਕਿਸੇ ਵੀ ਕਿਸਾਨ ਦਾ ਨਾਂ ਇਸ ਸਮਾਰਕ ਤੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੋ ਪੈਂਦਾ ਹੈ ਉਹ ਲਿਖਣ ਤੋਂ ਰਹਿ ਨਾ ਸਕੇ। ਮੇਰੇ ਵੱਲੋਂ ਹਮੇਸ਼ਾ ਉਹਨਾਂ ਦੇ ਪਰਿਵਾਰਾਂ ਨਾਲ
ਸਰਕਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਨਿੱਜੀ ਤੌਰ ਤੇ ਦੁੱਖ ਸਾਂਝਾ ਕਰਨ ਵਾਸਤੇ ਹਮੇਸ਼ਾ ਹਿੱਸਾ ਲੈਣ ਦਾ ਵੀ ਮੌਕਾ ਮਿਲਿਆ ਔਰ ਉਹਨਾਂ ਦੇ ਪਰਿਵਾਰਾਂ ਦੇ ਜਿਨ੍ਹਾਂ ਦੇ ਕਾਗਜ਼ ਪੂਰੇ ਹੋ ਗਏ ਸੀ ਉਹ ਪਰਿਵਾਰਾਂ ਨੂੰ ਵੀ ਨੌਕਰੀ ਦੇਣ ਵਾਸਤੇ ਅਸੀਂ ਕਾਗਜ਼ਾਂ ਨੂੰ ਮਨਜ਼ੂਰ ਕਰਾ ਕੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਵੀ ਅਸੀਂ ਕੰਮ ਕੀਤਾ ਔਰ ਬਹੁਤ ਸਾਰੇ ਪਰਿਵਾਰ ਅੱਜ ਜਿਨ੍ਹਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਤੇ ਸ਼ਹਾਦਤਾਂ ਦਿੱਤੀਆਂ ਉਹ ਬਹੁਤ ਸਾਰੇ ਪਰਿਵਾਰ ਮੇਰੇ ਨਾਲ ਮੇਰੇ ਖੱਬੇ ਤੇ ਸੱਜੇ ਪਾਸੇ ਸਾਰੇ ਪਰਿਵਾਰ ਆਏ हैं बैठे हैं ਉਹਨਾਂ ਨੂੰ ਪਤਾ ਹੈ ਔਰ ਮੈਂ ਇਹ ਫੀਲ ਕਰਦਾ ਕਿ ਮੈਂ ਇਸ ਇਲਾਕੇ ਦਾ ਜ਼ਿੰਮੇਵਾਰ ਹੋਣ ਦੇ ਨਾਤੇ ਇਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਸਰਕਾਰ ਦਾ ਇੱਕ ਹਿੱਸਾ ਹੋਣ ਦੇ ਨਾਤੇ ਮੈਂ ਅੱਜ ਇਹ ਕੰਮ ਕਰ ਸਕਿਆ ਮੈਨੂੰ ਇਸ ਦੇ ਨਾਲ ਆਪਣੇ ਮਨ ਨੂੰ ਬੜੀ ਤਸੱਲੀ ਤੇ ਸਕੂਨ ਮਹਿਸੂਸ ਹੁੰਦਾ ਹੈ ਕਿੰਨੀ ਲਾਗਤ ਨਾਲ ਚੱਲ ਰਿਹਾ ਜੀ ਤੁਸੀਂ ਬੰਦੇ ਦੇ ਨਾਂ ਲਿਖੇ ਹੋਏ ਨੇ ਹਾਂ ਸੈਂਟਰ ਗਵਰਨਮੈਂਟ ਕਹਿ ਰਹੀ ਸਾਡੇ ਕੋਲ ਤਾਂ ਲਿਸਟ ਹੀ ਨਹੀਂ ਹੈਗੀ ਕਿਸਾਨਾਂ ਦੀ ਸ਼ਹੀਦਾਂ ਉਹਦੇ ਬਾਰੇ ਕਹਿਣਾ ਤੁਹਾਡਾ ਦੇਖੋ ਸੈਂਟਰ ਗਵਰਨਮੈਂਟ ਕੋਲ ਤਾਂ ਇਹ ਸ਼ਹੀਦਾਂ ਦੀ ਸ਼ਹਾਦਤ ਦੇ ਦੁੱਖ ਸਾਂਝ ਕਰਨ ਵਾਸਤੇ ਵੀ ਸਮਾਂ ਨਹੀਂ ਸੀਗਾ ਜੇ ਅੱਜ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕੱਲੇ ਸ਼ਹੀਦ ਪਰਿਵਾਰ ਦੀ ਸ਼ਨਾਖਤ ਕਰਕੇ ਉਹਦੀ ਵੈਰੀਫਿਕੇਸ਼ਨ ਕਰਕੇ ਉਹਨੂੰ 5 ਲੱਖ ਦਾ ਮੁਆਵਜ਼ਾ ਦੇ ਕੇ ਉਹਨੂੰ ਨੌਕਰੀ ਦਾ ਪੱਤਰ ਦੇ ਕੇ ਨੌਕਰੀ ਜੁਆਇਨ ਕਰਾਉਣ ਤੱਕ ਦਾ ਕੰਮ ਕੀਤਾ ਹੈ ਤਾਂ ਮੈਂ ਸਮਝਦਾ ਕਿ ਭਾਰਤ ਸਰਕਾਰ ਕੋਲ ਤਾਂ ਇਸ ਆંકੜੇ ਵਾਸਤੇ ਕੋਈ ਦਿੱਕਤ ਨਹੀਂ ਤੇ ਆਰਟੀਆਈ ਦੀ ਗੱਲ ਹੈ ਜੇ ਉਹ ਰਾਜਨੀਤਿਕ ਤੌਰ ਤੇ ਇਹ ਵੀ ਕਹਿਣਾ ਚਾਹਣ ਕਿ ਜੀ ਸਾਨੂੰ ਪੰਜਾਬ ਦੀ ਸਰਕਾਰ ਨੇ ਇਨਫੋਰਮੇਸ਼ਨ ਨਹੀਂ ਦਿੱਤੀ ਵੈਸੇ ਤਾਂ ਐਸੀ ਕੋਈ ਗੱਲ ਨਹੀਂ ਹੈ ਇਹ ਇਨਫੋਰਮੇਸ਼ਨ ਪਬਲਿਕ ਡੋਮੇਨ ਦੇ ਵਿੱਚ ਹੈ ਅਗਰ ਮੈਂ ਇਹ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਜਾਂ ਇਹ ਇਨਫੋਰਮੇਸ਼ਨ ਅਸੀਂ ਜਗ੍ਹਾ ਤੇ ਜਾ ਕੇ ਅੱਜ ਤੋਂ 1.5 ਮਹੀਨਾ ਪਹਿਲਾਂ ਸੰਗਰੂਰ ਵਿੱਚ ਡੀਸੀ ਆਫਿਸ 'ਚ ਅਸੀਂ ਪ੍ਰੋਗਰਾਮ ਕੀਤਾ ਜਿਸ 'ਚ ਅਸੀਂ 26 ਪਰਿਵਾਰਾਂ ਨੂੰ ਨੌਕਰੀ ਦੇ ਪੱਤਰ ਦਿੱਤੇ ਗਏ ਤੇ ਜੇ ਉਸ ਵੇਲੇ ਅਸੀਂ ਸਾਰਾ ਡਾਟਾ ਮੀਡੀਆ ਨਾਲ ਸ਼ੇਅਰ ਕਰ ਸਕਦੇ ਹਾਂ ਤੇ ਫਿਰ ਕਿਸੇ ਜ਼ਿੰਮੇਵਾਰ ਸਰਕਾਰ ਦੇ ਜ਼ਿੰਮੇਵਾਰ ਬੰਦੇ ਵੱਲੋਂ ਇਹ ਕਹਿਣਾ ਕਿ ਸਾਡੇ ਕੋਲ ਡਾਟਾ ਨਹੀਂ ਹੈ ਇਹ ਬੜੀ ਸ਼ਰਮ ਦੀ ਗੱਲ ਹੈ ਭਾਜੀ ਮੰਨਿਆ ਜਾਵੇ ਵੀ ਇਹ ਪਹਿਲੀ ਯਾਦਗਾਰ ਮੰਨੀ ਜਾਵੇ ਵੀ ਪਹਿਲੀ ਯਾਦਗਾਰ ਆ ਸੰਗਰੂਰ ਦੇ ਵਿੱਚ ਕੋਈ ਸਟੇਟ ਪੱਧਰ ਤੇ ਵੀ ਅਜਿਹੀ ਕੋਈ ਯਾਦਗਾਰ ਬਣਾਉਣ ਦੀ ਜਿੱਥੇ ਤੱਕ ਅੱਜ ਇਸ ਬਾਰਖ ਦੀ ਗੱਲ ਹੈ ਮੈਂ ਆਪਣੀ ਗੱਲ ਅੱਜ ਇੱਥੇ ਤੱਕ ਸੀਮਿਤ ਰੱਖਾਂਗਾ ਸਰਕਾਰ ਵੱਲੋਂ ਪਹਿਲਾਂ ਵੀ ਅਨਾਉਂਸਮੈਂਟ ਹੋਈ ਹੈ ਸਾਡੀ ਸਰਕਾਰ ਵੱਲੋਂ ਕੋਈ ਹੋਰ ਮੈਮੋਰੀਅਲ ਬਣਾਉਣ ਦੀ ਜਦੋਂ ਉਸ ਦੀ ਤਜਵੀਜ਼ ਹੋ ਜੂਗੀ ਉਹਦੇ ਬਾਰੇ ਉਦੋਂ ਗੱਲ ਤੁਹਾਡੇ ਸਾਹਮਣੇ ਰੱਖਾਂਗੇ ਪਰ ਲੇਕਿਨ ਅੱਜ ਤਾਂ ਸਿਰਫ ਇਹ ਸਮਾਰਕ ਸੰਗਰੂਰ ਜ਼ਿਲ੍ਹੇ ਦੇ ਸ਼ਹੀਦ ਪਰਿਵਾਰਾਂ ਦੇ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਸਮਰਪਿਤ ਅਸੀਂ ਇਹ ਸਮਾਰਕ ਅੱਜ ਉਰੇ ਕਾਇਮ ਕੀਤਾ ਹੈ ਔਰ ਮੈਂ ਆਪਣੇ ਆਪ ਨੂੰ ਬੜਾ ਖੁਸ਼ਨਸੀਬ ਸਮਝ ਰਿਹਾ ਕਿ ਮੈਂ ਤੇ ਮੇਰੀ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੇਰੇ ਮਹਿਕਮੇ ਦੇ ਸਾਰੇ ਲੋਕਾਂ ਨੇ ਇਸ ਕੰਮ ਨੂੰ ਪਰਿਵਾਰਿਕ ਤੌਰ ਦੇ ਉੱਪਰ ਅਸੀਂ ਅੱਜ ਕੀਤਾ ਔਰ ਅੱਜ ਸਾਰੇ ਤੁਸੀਂ ਮੀਡੀਆ ਦੇ ਸਾਥੀ ਉਰੇ ਅੱਜ ਪਿਆਰ ਭਰੇ ਸੱਦੇ ਤੇ ਤੁਸੀਂ ਆਏ ਹੋ ਔਰ ਤੁਸੀਂ ਇਸ ਸਮਾਰਕ ਨੂੰ ਧਿਆਨ ਨਾਲ ਇਸੀ ਸਮਝ ਕੇ ਇਹਦੀ ਗਰਿਮਾ ਨੂੰ ਸਮਝ ਕੇ ਇਸ ਦੇ ਪਿੱਛੇ ਜੋ ਥਾਟ ਹੈ ਉਹਨੂੰ ਸਮਝ ਕੇ ਆਪਣੇ ਚੈਨਲਸ ਦੇ ਉੱਪਰ ਜ਼ਰੂਰ ਚਲਾਉਂਗੇ ਤਾਂ ਕਿ ਸਾਡੇ ਕਿਸਾਨਾਂ ਦੀ ਜੋ ਸ਼ਹਾਦਤ ਹੈ ਸਾਡੇ ਕਿਸਾਨਾਂ ਦੀ ਜੋ ਕੁਰਬਾਨੀ ਹੈ ਸਾਡੇ ਕਿਸਾਨਾਂ ਦਾ 1.25 ਸਾਲ ਦਾ ਜੋ ਸ਼ਾਂਤੀਮਈ ਤਰੀਕੇ ਦੇ ਨਾਲ ਜੋ ਅੰਦੋਲਨ ਚੱਲਿਆ ਉਸ ਅੰਦੋਲਨ ਦੇ ਵਿੱਚ ਸਾਡੇ ਲੋਕਾਂ ਦੀ ਉਹਨਾਂ ਦੀ ਕਿਤੇ ਉਸ ਯਾਦਗਾਰ ਦੀ ਵਿੱਚ ਕੋਈ ਕਮੀ ਨਾ ਰਹਿ ਜੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਵਿੱਚ ਕੋਈ ਕਮੀ ਨਾ ਰਹਿ ਜੇ ਔਰ ਉਹਨਾਂ ਦਾ ਜੋ ਬਣਦਾ ਮਾਣ ਸਨਮਾਨ ਹੈ ਉਸ ਦੇ ਵਿੱਚ ਕਦੇ ਕੋਈ ਕਮੀ ਨਾ ਰਹਿ ਜੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਰ ਸੰਘਰਸ਼ ਦੇ ਵਿੱਚ ਮੂਹਰੇ ਹੋ ਕੇ ਲੜਾਈ ਲੜੀ ਹੈ ਚਾਹੇ ਉਹ ਆਜ਼ਾਦੀ ਦੀ ਲੜਾਈ ਆਈ ਚਾਹੇ ਅੱਤਵਾਦ ਆਇਆ ਤੇ ਚਾਹੇ ਅੱਜ ਕਿਸਾਨੀ ਸੰਘਰਸ਼ ਕਿੰਨੇ ਸਮਾਰਕ ਹੋਰ ਬਣ ਰਹੇ ਨੇ ਇੱਕ ਹੀ ਕਰਕੇ ਬੋਲੋ ਪੰਜਾਬ 'ਚ ਕਿੰਨੇ ਸਮਾਰਕ ਹੋਰ ਬਣ ਗਏ ਇਹਦੇ ਨਾਲ ਦੇ ਨਹੀਂ ਉਹ ਤਾਂ ਮੈਨੂੰ ਹੁਣ ਬਾਕੀ ਸਮਾਰਕਾਂ ਦਾ ਨਹੀਂ ਪਤਾ ਮੈਨੂੰ ਤਾਂ ਆਪਣੇ ਵਾਲੇ ਦੇ ਪਤਾ ਜਿਹੜੇ ਸਰਕਾਰ ਮੈਂ ਪਹਿਲਾਂ ਹੀ ਕਿਹਾ ਕਿ ਉਹ ਸਰਕਾਰ ਨੇ ਬੇਟਾ ਜੀ ਨੇ ਪੁੱਛਿਆ ਸੀ ਕਿ ਅਗਰ ਸਰਕਾਰ ਨੇ ਕੋਈ ਅਨਾਉਂਸਮੈਂਟ ਕੀਤੀ ਹੈ ਤਾਂ ਮੈਂ ਕਿਹਾ ਜਦੋਂ ਉਸ ਦੇ ਬਾਰੇ ਪਲੈਨਿੰਗ ਹੋ ਜੂਗੀ ਤਿਆਰੀ ਹੋ ਜੂਗੀ ਉਹਦੇ ਬਾਰੇ ਅੱਡ ਤਰੀਕੇ ਤੇ ਤੁਹਾਨੂੰ ਦੱਸ ਦਾਂਗਾ ਭਾਜੀ ਕਿੰਨੀ ਲਾਗਤ ਖਰਚ ਆਈ ਹੈ ਇਸ ਚੌਂਕ ਦੇ ਵਿੱਚ ਹਾਲੇ ਤਾਂ ਯਾਰ ਇਹ ਚੀਜ਼ਾਂ ਲਾਗਤ ਨਾਲ ਨਹੀਂ ਚੱਲਦੀਆਂ ਇਹ ਚੀਜ਼ਾਂ ਸੈਂਟੀਮੈਂਟ ਨਾਲ ਚੱਲਦੀਆਂ ਇਸ ਦੇ ਨਾਲ ਔਰ ਇਹਦੇ ਤੇ ਕੋਈ ਮਰਜ਼ੀ ਕੀਮਤ ਲੱਗ ਜੇ ਉਹ ਥੋੜੀ ਹੈ ਮੈਂ ਮੋਦੀ ਜੀ ਦੀ ਗੱਲ ਪਰਸੋਂ ਸੁਣ ਰਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਬੜਾ ਦਿਲ ਕਰਕੇ ਕਿਸਾਨਾਂ ਦੇ 3 ਕਾਲੇ ਕਾਨੂੰਨ ਵਾਪਸ ਕਰਤੇ ਤੇ ਮੈਂ ਪੁੱਛਣਾ ਚਾਹੁੰਦਾ ਕਿ ਜੇ 700 ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੇ ਬੜਾ ਦਿਲ ਕੀਤਾ ਤਾਂ ਫਿਰ ਬੜੇ ਦੁੱਖ ਦੀ ਗੱਲ ਹੈ ਕਿਲੇ ਜਿਹੜੇ ਪਰਿਵਾਰ ਨੌਕਰੀ ਤੋਂ ਰਹਿ ਗਏ ਨੇ ਕਿਸਾਨਾਂ ਦੇ ਪਰਿਵਾਰ ਉਹਨਾਂ ਦੇ ਕੱਟ ਸਰਕਾਰ ਦਾ ਟਰਮ ਪੂਰਾ ਹੋਣ ਜਾ ਰਿਹਾ ਜੀ ਤਾਂ ਕੀ ਹੋ ਗਿਆ ਚਾਹੇ ਸਰਕਾਰ ਦਾ ਟਰਮ ਪੂਰਾ ਹੋ ਰਿਹਾ ਹੋਵੇ ਤੇ ਚਾਹੇ ਸਰਕਾਰ ਦਾ ਟਰਮ ਨਾ ਪੂਰਾ ਹੋ ਰਿਹਾ ਹੋਵੇ ਜਿਹੜੇ ਪਰਿਵਾਰਾਂ ਦੀ ਵੈਰੀਫਿਕੇਸ਼ਨ ਹੋ ਜੂਗੀ ਸਾਰੇ ਵੈਰੀਫਿਕੇਸ਼ਨ ਤੋਂ ਬਾਅਦ ਕਿਉਂਕਿ ਤੁਸੀਂ ਦੇਖਿਆ ਸੀ ਜਿੱਦਣ ਆਪਾਂ ਉਦੋਂ ਡੀਸੀ ਆਫਿਸ ਦੇ ਵਿੱਚ ਵੀ ਪੱਤਰ ਵੰਡੇ ਸੀਗੇ ਤਾਂ ਕੁਝ ਪਰਿਵਾਰਾਂ ਦੇ ਵਿੱਚ ਆਪਸੀ ਸਹਿਮਤੀ ਨਹੀਂ ਬਣੀ ਸੀਗੀ ਨੌਕਰੀ ਲੈਣ ਦੀ ਤੇ ਕਈ ਪਰਿਵਾਰਾਂ ਦੀ ਵੈਰੀਫਿਕੇਸ਼ਨ ਹੋ ਚੁੱਕੀ ਪਰ ਉੱਥੇ ਪਰਿਵਾਰਾਂ ਦੀ ਸਹਿਮਤੀ ਨਹੀਂ ਬਣੀ ਕਿ ਕਿਹੜੇ ਬੱਚੇ ਨੂੰ ਰੋਜ਼ਗਾਰ ਦੇਣਾ ਕਿਉਂਕਿ ਸਰਕਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਆਪਣੇ ਵੱਲੋਂ ਇੱਕੋ ਚੀਜ਼ ਅਨਾਉਂਸ ਕੀਤੀ ਸੀ ਕਿ ਅਸੀਂ ਇੱਕ ਬੱਚੇ ਨੂੰ ਨੌਕਰੀ ਦੇਵਾਂਗੇ ਤੇ 5 ਲੱਖ ਰੁਪਏ ਦਾ ਮੁਆਵਜ਼ਾ ਦੇਵਾਂਗੇ ਔਰ 58 ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ ਮਿਲ ਚੁੱਕਿਆ ਹੈ ਪਰ ਜਿਹੜੀ ਨੌਕਰੀ ਉਹ ਸਿਰਫ ਹਲੇ 26 ਪਰਿਵਾਰਾਂ ਨੂੰ ਮਿਲੀ ਹੈ ਬਹੁਤ ਸਾਰੀ ਜਗ੍ਹਾ ਦੇ ਉੱਪਰ ਹਲੇ ਕਿਤੇ ਸਹਿਮਤੀ ਨਹੀਂ ਬਣੀ ਤੇ ਕਈਆਂ ਦੇ ਕੇਸਿਸ ਜਿਹਦੇ ਲੇਟ ਹੋਏ ਸੀ
ਕਿਸੇ ਦਾ ਅਕਾਲ ਚਲਾਣਾ ਲੇਟ ਹੋਇਆ, ਕਿਸੇ ਦੀ ਸ਼ਹਾਦਤ ਲੇਟ ਹੋਈ, ਉਹਨਾਂ ਦੇ ਕੇਸਿਸ ਵੈਰੀਫਿਕੇਸ਼ਨ ਦੇ ਉੱਪਰ ਹੈ। ਮੈਂ ਇਸੇ ਕਰਕੇ ਕਿਹਾ ਹੈ ਕਿ ਇਹ ਸਮਾਰਕ ਦੇ ਉੱਪਰ ਅਸੀਂ ਸਪੇਸ ਰੱਖੀ ਹੈ, ਜਿੱਥੇ ਜਿੱਥੇ ਕੋਈ ਕਮੀ ਪੇਸ਼ੀ ਜਾਂ ਜਿੱਥੇ ਜਿੱਥੇ ਕੋਈ ਨਾਮ ਦੀ ਵੈਰੀਫਿਕੇਸ਼ਨ ਹੋਈ ਜਾਊਗੀ, ਸਭ ਦੇ ਨਾਮ ਇਸ ਸਮਾਰਕ ਦੇ ਵਿੱਚ ਐਡ ਕੀਤੇ ਜਾਣਗੇ, ਤਾਂ ਕਿ ਕੋਈ ਵੀ ਸੰਗਰੂਰ ਜ਼ਿਲ੍ਹੇ ਦਾ ਕਿਸਾਨ ਜੋ ਬਾਰਡਰ ਦੇ ਉੱਪਰ ਜਾਂ ਇਸ ਕਿਸਾਨ ਸੰਘਰਸ਼ ਦੇ ਉੱਪਰ ਕਿਸੇ ਟੋਲ ਪਲਾਜ਼ਾ ਦੇ ਉੱਪਰ ਜੋ ਸ਼ਹੀਦ ਹੋਇਆ ਹੈ, ਉਹਦਾ ਨਾਂ ਇਸ ਸਮਾਰਕ ਦੇ ਵਿੱਚੋਂ ਰਹਿ ਨਾ ਜਾਵੇ। ਅੱਜ ਵੀ ਪੰਜਾਬ ਦਾ ਪਹਿਲਾ ਸਮਾਰਕ ਹੀ ਹੈ ਜੀ। ਯਾਰ ਤੁਹਾਨੂੰ ਪਤਾ ਹੀ ਹੋਣਾ, ਹੁਣ ਮੈਂ ਸਿੰਗਲਾ ਸਾਹਿਬ ਅੱਜ 58 ਚੋਂ ਚੰਦ ਪਰਿਵਾਰ ਹੀ ਇੱਥੇ ਪਹੁੰਚੇ ਆ ਜੀ। ਨਹੀਂ ਕੋਈ ਗੱਲ ਨਹੀਂ ਨਾ, ਅਸੀਂ ਯਾਰ ਉਰੇ ਇੰਨੀ ਸਪੇਸ ਨਹੀਂ ਆ, ਵੀ ਆਰ ਨਾਟ, ਮਤਲਬ ਅਸੀਂ ਸਭ ਲੋਕਾਂ ਨੂੰ ਕਿਸ ਨੂੰ ਮੈਸੇਜ ਲਗਾਇਆ, ਕਿਉਂਕਿ ਸਮਾਰਕ ਦਾ ਹਲੇ ਪਤਾ ਨਹੀਂ ਸੀ ਪੂਰਾ ਹੋ ਸਕਦਾ ਹੈ, ਮਤਲਬ ਅੱਜ ਅਸੀਂ ਪੂਰਾ ਕਰਦੇ ਨੂੰ ਵੀ ਪਤਾ ਵੀ ਹਲੇ ਵੀ ਕੰਮ ਚੱਲ ਰਿਹਾ ਹੈ। ਔਰ ਮੈਂ ਇਹ ਚਾਹੁੰਦਾ ਸੀਗਾ, ਮੇਰੇ ਮਨ ਦੇ ਵਿੱਚ ਇੱਕ ਖੁਆਇਸ਼ ਸੀ ਕਿ ਅਸੀਂ ਜਲਦੀ ਤੋਂ ਜਲਦੀ ਇਹ ਸਮਾਰਕ ਨੂੰ ਬਣਾਈਏ, ਨਾਮਾਂ ਦੀ ਇਜ਼ਾਫਾ, ਤੇ ਉਹਨੂੰ ਇਸ ਨੂੰ ਜਿੰਨਾ ਮਰਜ਼ੀ ਬੜਾ ਕਰਨਾ ਹੋਵੇ ਜਦ ਮਰਜ਼ੀ ਕੀਤਾ ਜਾ ਸਕਦਾ, ਉਹਦੇ 'ਚ ਕੋਈ ਇਹਦੇ 'ਚ ਇਸ਼ੂ ਗੱਲ ਨਹੀਂ ਹੈ। ਬਟ ਲੇਕਿਨ ਅਸੀਂ ਸਾਰੇ ਜਿੰਨੇ ਪਰਿਵਾਰਾਂ ਨੂੰ ਅਸੀਂ ਸੁਨੇਹਾ ਲਾ ਸਕੇ ਅਸੀਂ ਲਗਾਇਆ ਹੈ, ਔਰ ਇਹ ਐਡਮਿਨਿਸਟ੍ਰੇਸ਼ਨ ਵੱਲੋਂ ਸੁਨੇਹਾ ਗਿਆ ਸੀਗਾ, ਤੇ ਅੱਜ ਮੈਨੂੰ ਖੁਸ਼ੀ ਹੈ ਕਿ ਅਸੀਂ ਸਾਰੇ ਉਰੇ ਇਕੱਤਰ ਹੋ ਸਕੇ। ਕੀ ਨਾਂ, ਕਿੰਨੀ ਕੁ ਉਮਰ ਹੈ, ਕਿਹੜਾ ਪਿੰਡ ਹੈ? ਮੇਰਾ ਨਾਮ ਅਮਰਿੰਦਰਪ੍ਰੀਤ ਕੌਰ ਹੈ, ਮੇਰੀ ਉਮਰ 24 ਸਾਲ ਹੈ ਤੇ ਪਿੰਡ ਘਮੰਡ ਸਿੰਘ ਵਾਲਾ। ਤੁਹਾਡੀ ਕੌਣ ਸ਼ਹੀਦ ਹੋਏ ਸੀ? ਮੇਰੇ ਫਾਦਰ, ਮੇਰੇ ਡੈਡੀ, ਉਹਨਾਂ ਦੀ ਉਮਰ 51 ਸਾਲ ਦੀ ਸੀ। ਕਿੱਥੇ ਸ਼ਹੀਦ ਹੋਏ ਸੀਗੇ, ਕਿੰਨਾ ਚਿਰ ਹੋ ਗਿਆ? ਉਹ 18 ਮਾਰਚ ਨੂੰ ਉਹਨਾਂ ਦੀ ਅਮਰ ਹਸਪੀਟਲ ਦੇ ਵਿੱਚ ਡੈਥ ਹੋ ਗਈ ਸੀਗੀ। ਇਸ ਤੋਂ ਪਹਿਲਾਂ ਦਸੰਬਰ ਦੇ ਵਿੱਚ ਉਹ ਦਿੱਲੀ ਗਏ, ਤੇ ਨਵੰਬਰ ਤੇ ਅਕਤੂਬਰ ਦੇ ਵਿੱਚ ਜੋ ਪੰਜਾਬ 'ਚ ਧਰਨੇ ਹੋ ਰਹੇ ਸੀ ਉਹਨਾਂ 'ਚ ਵੀ ਪਾਰਟਿਸਿਪੇਟ ਕਰਦੇ ਰਹੇ, ਤੇ ਫਿਰ ਜੈਨ 'ਚ ਦੁਬਾਰਾ ਗਏ। ਫੈਬ ਦੇ ਵਿੱਚ ਜਦੋਂ ਦੁਬਾਰਾ ਉੱਥੇ ਗਏ ਤਾਂ ਉੱਥੇ ਚਾਚਾ ਜੀ ਨਾਲ ਸੀ ਮੇਰੇ, ਤੇ ਉੱਥੇ ਉਹ ਬਿਮਾਰ ਹੋ ਗਏ। ਫਿਰ ਉਹਨਾਂ ਨੂੰ ਬਿਮਾਰ ਨੂੰ ਹੀ ਪਿੰਡ ਲੈ ਕੇ ਆਂਦਾ ਗਿਆ। ਪਹਿਲਾਂ ਅਸੀਂ ਲੋਕਲ ਡਾਕਟਰ ਤੋਂ ਮੈਡੀਸਿਨ ਲਈ, ਬਟ ਨਹੀਂ, ਫਿਰ ਲਾਸਟ 'ਚ ਅਸੀਂ ਅਮਰ ਹਸਪੀਟਲ ਲੈ ਗਏ। ਉੱਥੇ ਡਾਕਟਰਸ ਨੇ ਕਿਹਾ ਕਿ ਸਿਚੁਏਸ਼ਨ ਜ਼ਿਆਦਾ ਕ੍ਰਿਟੀਕਲ ਹੈ, ਕਿ ਇਹਨਾਂ ਨੂੰ ਠੰਡ ਲੱਗੀ ਹੋਈ ਹੈ, ਇਹਨਾਂ ਨੇ ਆਪਣੀ ਕੇਅਰ ਨਹੀਂ ਕੀਤੀ ਉੱਥੇ, ਕਿ ਇਹਨਾਂ ਨੂੰ ਠੰਡ ਜ਼ਿਆਦਾ ਲੱਗੀ ਹੋਈ ਹੈ, ਥੋੜਾ ਨਿਮੋਨੀਆ ਕਿਹਾ ਡਾਕਟਰਸ ਨੇ। ਫਿਰ ਉਸ ਤੋਂ ਬਾਅਦ ਸਿਚੁਏਸ਼ਨ ਹੋਰ ਜ਼ਿਆਦਾ ਕ੍ਰਿਟੀਕਲ ਹੁੰਦੀ ਗਈ ਐਂਡ ਲਾਸਟ 'ਚ 18 ਮਾਰਚ ਨੂੰ ਰਾਤ ਨੂੰ ਉਹਨਾਂ ਨੇ ਆਪਣਾ ਆਖਰੀ ਸਾਹ ਲਿਆ। ਜਿਹੜਾ ਬੇਟਾ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਨੌਕਰੀ ਵੀ ਦੇਵਾਂਗੇ, ਹਾਂਜੀ ਮਿਲ ਗਿਆ ਸੀ? ਹਾਂਜੀ ਹਾਂ, ਪੰਜਾਬ ਗਵਰਨਮੈਂਟ ਨੇ, ਸਾਡੇ ਐਮਐਲਏ ਸਿੰਗਲਾ ਸਾਹਿਬ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ। ਉਹ ਘਰ ਵੀ ਆਉਂਦੇ ਰਹੇ, ਤੇ ਨਾਲ ਮੇਰੇ ਬ੍ਰਦਰ ਨੂੰ ਜੌਬ ਵੀ ਮਿਲੀ ਹੈ, ਤੇ ਸਾਨੂੰ ਇੱਕ ਬਣਦਾ ਜੋ ਹੈਗਾ ਸੀ ਉਹ ਵੀ ਦਿੱਤਾ ਗਿਆ ਨਾਲ। ਘਰ ਦੀ ਰਾਜੇ ਹਾਲਤ ਕੀ ਹੈਗੀ, ਕੌਣ ਨੇ ਹੁਣ ਵਿੱਚ? ਹਾਂਜੀ, ਘਰ ਦੀ ਸਾਡੀ ਹਾਲਤ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਹੈ। ਸਾਡੀ ਜੁਆਇੰਟ ਫੈਮਿਲੀ ਹੈ, ਮੇਰੇ ਦਾਦਾ ਜੀ ਹੈਗੇ ਨੇ ਐਂਡ ਮੇਰੇ ਦੋਵੇਂ ਚਾਚਾ ਜੀ ਹੈਗੇ ਨੇ, ਸਾਡੀ ਇਕੱਠਾ ਪਰਿਵਾਰ ਹੈ। ਸਿੰਗਲਾ ਸਾਹਿਬ ਲਖੀਮਪੁਰੀ ਵੀ ਜਾਂਦੇ ਰਹੇ ਨੇ? ਹਾਂਜੀ, ਸਿੰਗਲਾ ਸਾਹਿਬ ਉੱਥੇ ਵੀ ਜਾਂਦੇ ਰਹੇ ਨੇ। ਉਹ ਮੈਟਰ ਦੇ ਵਿੱਚ ਅਸੀਂ ਜ਼ਿਆਦਾ, ਮਤਲਬ ਸਾਡੇ ਜ਼ਿਆਦਾ ਨਹੀਂ ਵਿਚਾਰ ਹੈਗੇ, ਬਿਕੋਜ਼ ਉਸ ਤੋਂ ਬਾਅਦ ਜਦੋਂ ਡੈਡੀ ਤੋਂ ਬਾਅਦ ਅਸੀਂ ਥੋੜਾ ਅਪਸੈਟ ਸੀਗੇ, ਸਾਨੂੰ ਖੁਦ ਨੂੰ ਲੱਗਿਆ ਵੀ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ। ਜਿਹੜਾ ਸਮਾਰਕ ਬਣਾਇਆ ਗਿਆ ਸੰਗਰੂਰ ਦੇ ਵਿੱਚ? ਹਾਂਜੀ ਠੀਕ ਹੈ, ਇਹ 'ਚ ਮੇਰੇ ਫਾਦਰ ਦਾ ਨੇਮ ਲਿਖਿਆ ਹੋਇਆ ਸੀ, ਸਾਡਾ ਪਿੰਡ ਤੇ ਮੇਰੇ ਫਾਦਰ ਦਾ ਨੇਮ ਹੈ। ਤੇ ਸਾਡੇ ਲਈ ਥੋੜੀ ਮਾਣ ਵਾਲੀ ਗੱਲ ਵੀ ਹੈ ਕਿ ਮੇਰੇ ਡੈਡੀ ਇੱਦਾਂ ਦਿੱਲੀ ਗਏ ਤੇ ਕਿਸਾਨਾਂ ਲਈ ਕੁਝ ਨਾ ਕੁਝ ਕੀਤਾ। ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਜਿਹੜੇ ਬਾਰਡਰ ਤੇ ਸ਼ਹੀਦ ਹੋਏ ਤੁਹਾਡੇ ਕੀ ਲੱਗਦਾ? ਮੇਰੇ ਵੱਡੇ ਬ੍ਰਦਰ ਸੀਗੇ ਜੀ। ਰਜਿੰਦਰਪਾਲ ਸਿੰਘ। ਕਿਹੜੀ ਜਗ੍ਹਾ ਤੋਂ ਜੀ? ਅਸੀਂ ਘਮੰਡ ਸਿੰਘ ਵਾਲਾ ਜੀ, ਭਵਾਨੀਗੜ੍ਹ ਬਲਾਕ 'ਚ ਪੈਂਦਾ। ਕਿੰਨਾ ਚਿਰ ਉਹ ਸੰਘਰਸ਼ ਦੇ ਵਿੱਚ ਹਿੱਸਾ ਲੈਂਦੇ? ਅਸੀਂ ਜੀ ਸੰਘਰਸ਼ ਦੇ ਵਿੱਚ ਤਾਂ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਹੀ ਚੱਲਦੇ ਨੇ, ਪੁਰਾਣੇ ਨੇ, ਪਰ ਜਦੋਂ ਹੁਣ ਇਹ ਸੰਘਰਸ਼ ਪੰਜਾਬ 'ਚ ਚੱਲਦਾ ਰਿਹਾ, ਅਸੀਂ ਇੱਥੇ ਜਾਂਦੇ ਰਹੇ ਹਾਂ ਟੋਲ ਪਲਾਜ਼ੇ ਤੇ ਚੰਨੋਂ, ਤੇ ਉਸ ਤੋਂ ਬਾਅਦ ਫਿਰ ਦਿੱਲੀ ਗਏ ਹਾਂ ਅਸੀਂ। ਦਸੰਬਰ ਵੀ ਰਹਿ ਕੇ ਆਏ ਹਾਂ ਉੱਥੇ, ਜਨਵਰੀ 'ਚ ਗਏ ਹਾਂ। ਫਰਵਰੀ ਦੇ ਵਿੱਚ ਅਸੀਂ ਉੱਥੇ ਸਾਡੇ ਸਰਦਾਰ ਬੁੱਧ ਸਿੰਘ ਨੇ ਸਾਨੂੰ ਭੇਜਿਆ ਸੀ, ਟਾਇਲਟ ਫਿੱਟ ਕਰਕੇ ਆਏ ਜੀ, ਉਦੋਂ ਨਾਲ ਸੀ, ਉੱਥੇ ਜਾ ਕੇ ਢੱਲੇ ਹੋਏ ਨੇ ਜੀ ਮੇਰੇ। ਕਿਵੇਂ ਹੋ ਗਈ ਡੈਥ ਜੀ? ਉੱਥੇ ਉਹਨਾਂ ਨੂੰ ਬੁਖਾਰ ਚੜਿਆ ਥੋੜਾ ਜਿਹਾ, ਤੇ ਮੈਂ ਨਾਲ ਸੀਗਾ, ਮੈਨੂੰ ਕਹਿਣ ਲੱਗੇ ਵੀ ਮੈਂ ਜਾਣਾ। ਅਸੀਂ ਫਿਰ 21 ਤਰੀਕ ਨੂੰ ਤੋਂ ਵਾਪਸ ਆ ਗਏ ਜੀ। ਹੁਣ ਤੁਹਾਨੂੰ ਇੱਥੇ ਬੁਲਾਇਆ ਹੋਇਆ ਹੈ, ਕਿ ਕਾਹਦੇ ਵਾਸਤੇ ਬੁਲਾਇਆ? ਇੱਥੇ ਜੀ ਅੱਜ ਸਾਨੂੰ ਮੈਸੇਜ ਗਿਆ ਸੀ ਵੀ ਸੰਗਰੂਰ ਪਹੁੰਚੋ, ਤੇ ਉਹਨਾਂ ਦੀ ਯਾਦਗਾਰ ਵਿੱਚ ਇੱਥੇ ਅੱਜ ਸਾਰੇ ਸ਼ਹੀਦਾਂ ਦੇ ਨਾਂ ਲਿਖੇ ਗਏ ਨੇ। ਤੇ ਕੁਝ ਨੌਕਰੀ ਵਗੈਰਾ ਦਾ ਵੀ ਕੁਝ ਕਿਹਾ? ਹਾਂਜੀ, ਸਾਨੂੰ ਨੌਕਰੀ ਮੇਰੇ ਭਤੀਜੇ ਨੂੰ ਮਿਲ ਗਈ ਹੈ ਜੀ, ਤੇ ਜੋ ਪੰਜਾਬ ਸਰਕਾਰ ਨੂੰ ਮਾਜਵਾ ਸੀ ਉਹ ਵੀ ਸਾਨੂੰ ਮਿਲ ਗਿਆ।